सर ये 5 कनाल ਦੇ ਵਿੱਚ ਮੱਕੀ ਬੀਜੀ ਸੀਗੀ ਜੀ, ਜੋ ਕਿ ਸਾਡੇ ਸੂਰਾਂ ਤੇ ਬੈਨਗੂਆਂ ਨੇ ਸਾਰੀ ਫਸਲ ਤਬਾਹ ਕਰ ਦਿੱਤੀ ਜੀ। ਜੇ ਕੋਈ ਸਾਡਾ ਅਸੀਂ ਤਾਂ ਕੁਝ ਨਹੀਂ ਕਰ ਸਕਦੇ, ਜ਼ਿਮੀਂਦਾਰ ਤਾਂ ਜਿਹਨੂੰ ਕਹਿੰਦੇ ਸਰਕਾਰਾਂ ਨੇ ਤੇ ਇਹਨਾਂ ਜਾਨਵਰਾਂ ਨੇ ਜ਼ੀਰੋ ਕਰ ਛੱਡਿਆ ਜੀ। ਕੱਖ ਨਹੀਂ ਨਿਕਲਣਾ ਸਰ, ਇਹ ਤਾਂ ਸਾਨੂੰ ਉਲਟੀ ਬਿਪਤਾ ਪੈ ਗਈ। ਜਾਣੀ ਕਿ ਅਸੀਂ ਨਾ ਹੁਣ ਇਹਨੂੰ ਇਕੱਠਾ ਟੰਡੇ ਨੂੰ ਕਰਕੇ ਅੱਗ ਲਾਵਾਂਗੇ, ਕਿਉਂ ਸੂਰਾਂ ਦੇ ਖਾਧੇ ਬਿਨਾਂ ਜਾਨਵਰ ਨੂੰ ਵੀ ਨਹੀਂ ਪਾ ਸਕਦੇ। नमस्कार दोस्तों, मैं अशोक चोपड़ा। आप देख रहे हैं सिटी हलचल। कड़ी मेहनत से फसल पैदा करने वाले किसान कभी कीड़ों तो कभी जंगली जानवरों से परेशान रहते हैं और उन्हें कृषि का धंधा अब नुकसानदायक लगने लगा है। उपमंडल नंगल के गांव बरमला निवासी किसान आजकल जंगली जानवरों से बहुत परेशान हैं। गांव बरमला निवासी किसान जरनैल सिंह, लखवीर सिंह और मंगा सिंह इत्यादि ने रोष भरे अंदाज में कहा कि पहले उनकी फसल को कीड़े ने बर्बाद कर दिया और अब जंगली सुअर और नील गांव ने उनकी 70 से 80 एकड़ फसल खराब कर दी है। इन किसानों ने कहा कि इस फसल को खराब सुअरों ने किया है, लिए आप अपने दुधारू पशुओं को भी इसे नहीं डाल सकते। इन किसानों ने कहा कि एक तो केंद्र सरकार ने कृषि बिल पारित कर किसानों पर वज्रपात किया, तो वहीं दूसरी ओर जंगली जानवर उनकी फसल को बर्बाद कर रहे हैं और प्रशासन उनकी सुध नहीं ले रहा। इन किसानों ने कहा कि कांटेदार तार अथवा खेतों में जाल भी लगाया, रात रात चौकीदारी भी की, लेकिन कोई फायदा नहीं हुआ। उन्होंने प्रशासन से जंगली जानवरों द्वारा खराब की गई फसल की गोदावरी करवा उचित मुआवजा देने की मांग की है। पहले सुने क्या कहा सिटी हलचल से बात करते किसान जरनैल सिंह ने। ਅਸੀਂ ਸਰ ਮੈਂ ਜਿਹੜੀ ਆਪਣੀ ਬੀਜੀ ਵੀ 4 ਕਨਾਲ ਬੀਜੀ ਵੀ ਅਸੀਂ ਇੱਕ ਡੱਖਾ ਨਹੀਂ ਇੱਥੋਂ ਲੈ ਕੇ ਜਾਂਦੇ। ਤੁਸੀਂ ਦੇਖਿਆ ਹੀ ਆ, ਸੂਰਾਂ ਨੇ ਤਾਂ ਬਹੁਤ ਬੁਰਾ ਹਾਲ ਕੀਤਾ ਵਾ ਇੱਥੇ, ਤੇ ਬੈਣ ਗਊਆਂ ਤੇ ਇੰਨਾ ਬੁਰਾ ਹਾਲ ਹੈ, ਕੀੜਾ ਲੱਗਿਆ। ਤੇ ਸਾਡਾ ਇੱਥੇ ਕੋਈ ਵੀ ਪਟਵਾਰੀ ਜਾਂ ਕੋਈ ਵੀ ਕਾਨੂੰਨ ਕੋ ਗਦਾਵਰ ਕੋਈ ਨਹੀਂ ਇੱਥੇ ਆਇਆ, ਤਾਂ ਨਾ ਸਾਨੂੰ ਕਿਸੇ ਨੇ ਜਾਣੀ ਕਿ ਸਾਡੀ ਫਸਲ ਦਾ ਕੋਈ ਸਹਾਰਾ ਕਰ ਲਈ। ਬਾਕੀ ਆ ਜਾਨਵਰਾਂ ਨੇ ਤੁਹਾਡੇ ਸਾਹਮਣੇ ਹੀ ਚੱਕ ਦਿੱਤੀ, ਤੁਹਾਨੂੰ ਹੀ ਦੱਸੀ ਸਾਰੀ। ਜਿੰਨੀ ਕੁ ਫਸਲ ਕੱਖ ਨਹੀਂ ਨਿਕਲਣਾ ਸਰ, ਇਹ ਤਾਂ ਸਾਨੂੰ ਉਲਟੀ ਬਿਪਤਾ ਪੈ ਗਈ। ਜਾਣੀ ਕਿ ਅਸੀਂ ਨਾ ਹੁਣ ਇਹਨੂੰ ਇਕੱਠਾ ਟੰਡੇ ਨੂੰ ਕਰਕੇ ਅੱਗ ਲਾਵਾਂਗੇ, ਕਿਉਂ ਸੂਰਾਂ ਦੇ ਖਾਧੇ ਬਿਨਾਂ ਜਾਨਵਰ ਨੂੰ ਵੀ ਨਹੀਂ ਪਾ ਸਕਦੇ। ਹਾਂਜੀ, ਨਾਲ ਦਾ ਸਰ ਸਾਰਾ ਹੀ ਨੁਕਸਾਨ ਹੋ ਗਿਆ, ਟੋਟਲ ਸਾਰਾ ਹੀ ਨੁਕਸਾਨ ਹੋ ਗਿਆ। ਤੁਸੀਂ ਦੇਖਿਆ ਜੀ, ਇੱਥੋਂ ਲੈ ਕੇ ਜਾਣਾ ਕੁਝ ਵੀ ਨਹੀਂ ਜਾਣਾ, ਤਾਂ ਉਲਟੀ ਬਿਪਤਾ ਪੈ ਗਈ ਸਾਨੂੰ ਜੀ। ਤਕਰੀਬਨ ਕਿੰਨਾ ਏਰੀਆ ਹੁਣ ਇਹ 60-70 ਕਨਾਲ ਏਰੀਆ, ਕਨਾਲ ਦਾ ਏਰੀਆ ਜੀ। ਹਾਂਜੀ, ਜਿਹੜੀ ਜਾਨਵਰਾਂ ਨੇ ਖਰਾਬ ਕਰ, ਹਾਂ ਜਿਹੜੀ ਜਾਨਵਰਾਂ ਨੇ ਖਰਾਬ ਕਰ ਦਿੱਤੀ ਜੀ। ਸਾਲੇ ਸਰ ਸਾਡੇ ਨੇ ਇਦਾਂ ਦਾ ਹੀ ਬਥੇਰੀ ਆਵਾਜ਼ ਪਠਾਉਂਦੇ, ਪਰ ਸਾਡੀ ਸੁਣਦਾ ਕੋਈ ਨਹੀਂ ਹੈ ਜੀ। ਹਾਂਜੀ, ਤਾਂ ਅਸੀਂ ਹਾਰ ਭਰ ਕੇ ਤੁਹਾਨੂੰ ਮਿਲੇ, ਤਾਂ ਤੁਸੀਂ ਜਾਣੀ ਕਿ ਆ ਕੇ ਸਾਡਾ ਮੌਕਾ ਦੇਖਿਆ ਜੀ। ਇਹ ਅਸੀਂ ਕਹਿੰਦੇ ਉਮੀਦ ਕਰਦੇ ਜੀ, ਅਸੀਂ ਇਹ ਕਰਦੇ ਕਿ ਸਾਨੂੰ ਮੁਆਵਜ਼ਾ ਦਿੱਤਾ ਜਾਵੇ, ਤਾਂ ਜਿਹੜੇ ਅਵਾਰਾ ਜਾਨਵਰ ਗਏ ਇਹਨਾਂ ਤੇ ਕੋਈ ਨਾ ਕੋਈ ਠੱਲ ਪਾਈ ਜਾਵੇ, ਜਿਹਦੇ ਨਾਲ ਅਸੀਂ ਫਸਲ ਲੈ ਸਕੀਏ, ਤਾਂ ਆਪਣੇ ਅੱਗੇ ਦਾ ਕਰ ਸਕੀਏ। ਪਰ ਤਾਂ ਪਹਿਲੇ ਹੀ ਮਰਿਆ ਵਾ ਜੀ। ਹਾਂਜੀ, किसान लखवीर सिंह को भी सुने सिटी हलचल से बात करते क्या कहा। ਸਰ ਇਹ 5 ਕਨਾਲ ਦੇ ਵਿੱਚ ਮੱਕੀ ਬੀਜੀ ਸੀਗੀ ਜੀ, ਜੋ ਕਿ ਸਾਡੇ ਸੂਰਾਂ ਤੇ ਬੈਨਗੂਆਂ ਨੇ ਸਾਰੀ ਫਸਲ ਤਬਾਹ ਕਰ ਦਿੱਤੀ ਜੀ। ਜੇ ਕੋਈ ਸਾਡਾ ਆਪਣਾ ਟੰਡਾ ਦੇਖ ਲਓ ਖੜਿਆ ਏ, ਤਾਂ ਇਸ ਦੇ ਨਾਲ ਕੋਈ ਵੀ ਛੱਲੀ ਵਗੈਰਾ ਨਹੀਂ ਲੱਗੀ। ਇਹਦਾ ਮਤਲਬ ਹੈ ਕਿ ਬੈਨਗੂਆਂ ਆ ਕੇ ਖਾ ਰਹੀਆਂ ਸੀ। ਆਪਣੇ ਖੇਤ ਨੂੰ 400 ਦੇ ਬਾੜ ਵੀ ਲਗਾਈ ਹੋਈ ਹੈ। ਇਸ ਦੇ ਬਾਵਜੂਦ ਵੀ ਇਹ ਜਾਨਵਰ ਜੋ ਜੰਗਲੀ ਜਾਨਵਰ ਹੈ, ਇਹ ਸਾਡੇ ਖੇਤਰ ਨਹੀਂ ਛੱਡਦੇ। ਸਾਡੇ ਖੇਤ ਨਾਲ ਹਰੇਕ ਸਾਲ ਹੀ ਇੰਝ ਹੀ ਨੁਕਸਾਨ ਹੁੰਦਾ ਹੈ। ਅਸੀਂ ਚਾਹੁੰਦੇ ਹਾਂ ਕਿ ਹਰੇਕ ਸਾਲ ਹੀ ਸਾਡੀ ਫਸਲ ਇਸੇ ਤਰ੍ਹਾਂ ਤਬਾਹ ਹੁੰਦੀ ਹੈ। ਪਿਛਲੀਆਂ ਸਰਕਾਰਾਂ ਨੇ ਤਾਂ ਸਾਡੀ ਕੋਈ ਬਾਂਹ ਨਹੀਂ ਫੜੀ। ਇਸ ਸਾਲ ਸਾਨੂੰ ਨਵੇਂ ਬਣੇ CM ਚੰਨੀ ਸਾਹਿਬ ਤੋਂ ਉਮੀਦ ਹੈ ਕਿ ਸਾਨੂੰ ਇਸ ਦਾ ਬਣਦਾ ਮੁਆਵਜ਼ਾ ਦਿੱਤਾ ਜਾਵੇ। ਤੇ ਤੁਹਾਡੀ ਫਸਲ ਖਰਾਬ ਹੋਈ ਕਿ ਆਲੇ ਦੁਆਲੇ ਦੇ ਖੇਤ? ਸਰ ਤੁਸੀਂ ਦੇਖਿਆ ਹੋਣਾ ਕਿ ਇੱਥੇ ਕਮ ਸੇ ਕਮ 30-35 ਕਨਾਲ ਜਗ੍ਹਾ ਬੀਜ ਹੋਈ ਸੀਗੀ। ਉਸ ਦੇ ਵਿੱਚੋਂ ਕਿਸੇ ਦੇ ਖੇਤ 'ਚੋਂ ਕੋਈ ਬੰਦ ਘਰਾਂ ਨੂੰ ਜਾ ਨਹੀਂ ਸਕਦਾ। 30-35 ਕਨਾਲ ਜੰਗਲੀ ਸੂਰਾਂ ਤੇ ਬੈਨਗੂਆਂ ਨੇ ਸਾਰੀ ਤਬਾਹ ਕੀਤੀ ਹੋਈ ਹੈ। ਇਹ ਤੁਸੀਂ ਆਪਣੇ ਆਪ ਅੱਗੇ ਤੁਸੀਂ ਦਿਖਾ ਸਕਦੇ ਹੋ, ਸਾਰੀ ਫਸਲ ਕਿੰਨੀ ਤਰ੍ਹਾਂ ਤਬਾਹ ਕੀਤੀ ਹੋਈ ਹੈ। ਜਿਹੜੀ ਹੁਣ ਫਸਲ ਬਚੀ ਵੀ ਹੈ, ਇਹਦਾ ਕੋਈ ਹੱਲ ਹੈਗਾ? ਆਊਗੀ ਵਰਤੋਂ ਕਿਤੇ ਪਾਸੇ ਕਿ ਇਸ ਤਾਂ ਸਾਰਾ ਮਾੜਾ ਮੋਟਾ ਮੱਝਾਂ ਨੂਈਆਂ ਵੀ ਦੇਖ ਲਓ, ਤੁਸੀਂ ਦੇਖ ਸਕਦੇ ਹੋ। ਘਰ ਤਾਂ ਇੱਕ ਦਾਣਾ ਵੀ ਜਿਹਨੂੰ ਕਹਿੰਦੇ ਅੰਨ ਦਾ ਨਹੀਂ ਜਾਣਾ। 4 ਮਹੀਨੇ ਸਾਨੂੰ ਫਸਲ ਦੀ ਵੇਟ ਕਰਦੇ ਹੋ ਗਏ। ਉੱਪਰ ਤੇ 3 ਕਾਲੇ ਕਾਨੂੰਨ ਹੈ ਜੋ ਕੇਂਦਰ ਸਰਕਾਰ ਨੇ ਸਾਡੇ ਤੇ ਲਾਗੂ ਕੀਤੇ,
ਦਿਨ ਰਾਤ ਕਿਸਾਨ ਖੇਤਾਂ ਦੇ ਵਿੱਚ ਮਰਦਾ, ਫਿਰ ਵੀ ਸਾਡੇ ਪੱਲੇ ਕੱਖ ਨਹੀਂ ਪੈਂਦਾ। ਉੱਪਰ ਦੇ ਕਾਲੇ ਕਾਨੂੰਨ ਸਾਡੇ ਤੇ ਸਰਕਾਰ ਨੇ ਥੋਪ ਦਿੱਤੇ। ਅਸੀਂ ਤਾਂ ਕੁਝ ਨਹੀਂ ਕਰ ਸਕਦੇ। ਜ਼ਿਮੀਂਦਾਰ ਤਾਂ ਜਿਹਨੂੰ ਕਹਿੰਦੇ ਸਰਕਾਰਾਂ ਨੇ ਤੇ ਇਹਨਾਂ ਜਾਨਵਰਾਂ ਨੇ ਜ਼ੀਰੋ ਕਰ ਛੱਡਿਆ ਜੀ। ਹੁਣ ਕੀ ਮੰਗ ਕਰਦੇ ਹੋ? ਸਰ ਮੈਂ ਤਾਂ ਇਹੀ ਮੰਗ ਕਰਦਾ ਕਿ ਮੈਨੂੰ ਮੇਰੀ ਇਸ ਫਸਲ ਦਾ ਬਣਦਾ ਮੁਆਵਜ਼ਾ ਦਿੱਤਾ ਜਾਵੇ। किसान मंगा सिंह ने क्या कहा, सिटी हलचल से बात करते जे भी सुने। ਖੇਤਾਂ ਵਿੱਚ ਸਾਡਾ ਬਹੁਤ ਨੁਕਸਾਨ ਹੋ ਚੁੱਕਾ ਹੈ। ਮਾੜੇ ਜ਼ਿਮੀਂਦਾਰ ਹੋਣ ਕਰਕੇ ਇੱਕ ਤਾਂ ਕੇਂਦਰ ਸਰਕਾਰ ਨੇ ਪਹਿਲਾਂ ਕਿਸਾਨਾਂ ਦੇ ਨਾਲ ਬਹੁਤ ਧੱਕਾ ਕੀਤਾ ਹੋਇਆ ਹੈ। ਦੂਜਾ ਧੱਕਾ ਹੈ ਤੁਸੀਂ ਦੇਖ ਲਿਆ, ਜਾਨਵਰਾਂ ਨੇ ਸਾਡੇ ਨਾਲ ਇੰਨਾ ਧੱਕਾ ਕੀਤਾ ਹੋਇਆ ਹੈ। ਅਸੀਂ ਕੋਲੋਂ ਪੈਸੇ ਲਾ ਕੇ ਆਪਣੀ ਜ਼ਮੀਨ ਦੇ ਵਿੱਚੋਂ 1 ਰੁਪਏ ਦੀ ਆਮਦਨੀ ਪੈਦਾ ਕਰ ਸਕਦੇ ਆ। ਰਾਤ ਦਿਨ ਪਹਿਰਾ ਲਾਉਣ ਦੇ ਬਾਵਜੂਦ ਵੀ ਸਾਡੀ ਫਸਲਾਂ ਦਾ ਇਹ ਹਾਲ ਕੀਤਾ ਜਾਂਦਾ ਹੈ। ਸਾਰੇ ਪਿੰਡਾਂ ਦੇ ਵਿੱਚ ਮੁਆਵਜ਼ਾ ਮਿਲਿਆ, ਸਾਡੇ ਪਿੰਡ ਦੇ ਵਿੱਚ ਨਾ ਤਾਂ ਕੋਈ ਪਟਵਾਰੀ ਜਾਂ ਗਦਾਵਰ ਕਿਸੇ ਨੇ ਆ ਕੇ ਦੇਖਿਆ। ਇਹ ਸਾਡੀ ਇੰਨੀ ਜ਼ਮੀਨ ਤੁਸੀਂ ਦੇਖੀ ਸਾਰੀ ਬੇਬਾਦ ਪਈ ਹੈ। ਵਿੱਚ ਬਹੁਤ ਜ਼ਿਮੀਂਦਾਰ ਨੁਕਸਾਨ ਹੋਣ ਕਰਕੇ ਬੀਜਣ ਤੋਂ ਹਟ ਗਏ। ਅਸੀਂ ਤਾਰਾਂ ਵੀ ਲਾ ਕੇ ਦੇਖ ਲਈਆਂ ਤੇ ਜਾਲਾਂ ਦਾ ਵੀ ਅਰੇਂਜਮੈਂਟ ਕਰਕੇ ਦੇਖ ਲਿਆ, ਪਰ ਸਾਨੂੰ ਕਿਸੇ ਸਰਕਾਰ ਨੇ, ਕੇਂਦਰ ਸਰਕਾਰ ਨੇ ਜ਼ਿਮੀਂਦਾਰਾਂ ਦੇ ਨਾਲ ਕਿੰਨਾ ਧੱਕਾ ਕੀਤਾ ਹੋਇਆ ਹੈ। ਤੋ ਅਸੀਂ ਇਹ ਬੇਨਤੀ ਕਰਦੇ ਹਾਂ ਵੀ ਸਾਡੀ ਜਿਹੜੀ ਆਵਾਜ਼ ਹੈ ਇਹ ਸੁਣਾਈ ਕੀਤੀ ਜਾਵੇ ਤਾਂ ਜੋ ਕੋਈ ਸਾਨੂੰ ਕੁछ ना कुछ मुआवजा मिल सके। वाहिगुरु जी का खालसा, वाहिगुरु जी की। जब इस बारे में जानकारी लेने हेतु तहसीलदार रामकिशन से संपर्क किया गया तो उन्होंने कहा कि डीसी रूपनगर की दिशा निर्देशों के तहत जिन किसानों की फसल कीड़े के कारण खराब हुई थी कि गोदावरी करवा, उसकी रिपोर्ट डीसी रूपनगर को भेज दी गई है, जबकि जंगली जानवरों के कारण खराब हुई फसल के बारे में जानकारी डीसी रूपनगर को भेजी जाएगी और जो भी देश प्राप्त होंगे उसी के तहत कार्रवाई की जाएगी। सुने क्या कहा सिटी हलचल से बात करते तहसीलदार रामकिशन ने। ठीक, ਇਹ ਜਿੱਥੋਂ ਤੱਕ ਮੱਕੀ ਦੀ ਫਸਲ ਦੇ ਜਿਹੜੇ ਕੀੜੇ ਨਾਲ ਉਹਦਾ ਹੋਇਆ ਤੇ ਹਮਲਾ ਹੋਇਆ, ਇਸ ਸੰਬੰਧੀ ਮਾਨਯੋਗ ਡੀ ਸਾਹਿਬ ਵੱਲੋਂ ਸਪੈਸ਼ਲ ਗਰਦਾਵਰੀ ਦੇ ਹੁਕਮ ਕੀਤੇ ਗਏ ਸਨ ਅਤੇ ਸੰਬੰਧਿਤ ਜਿਹੜੇ ਪਟਵਾਰੀਆਂ ਸਾਹਿਬਾਨਾਂ ਵੱਲੋਂ ਹਰ ਇੱਕ ਪਿੰਡ ਦੀ ਜਿੱਥੇ ਇਹ ਸੇਮ ਏਰੀਏ ਦੇ ਵਿੱਚ ਆ ਉਹਨਾਂ ਸਾਰਿਆਂ ਦੀ ਜਿਹੜੀ ਆ ਉਹ ਜਾ ਕੇ ਵਿਜ਼ਿਟ ਉਹਨਾਂ ਨੇ ਕੀਤੀ ਆ ਤੇ ਉਹਦੀ ਬਣਦੀ ਰਿਪੋਰਟ ਜਿਹੜੀ ਆ ਉਹ ਅਸੀਂ ਜਿਹੜੀ ਆ ਉਹ ਵੀ ਭੇਜ ਦਿੱਤੀ ਗਈ ਆ ਥਰੂ ਡੀਸੀ ਜਿਹੜੀ ਸਰਕਾਰ ਨੂੰ ਜਾਵੇਗੀ। ਜਦੋਂ ਵੀ ਆਏਗਾ ਮੁਆਵਜ਼ਾ ਉਹਨਾਂ ਨੂੰ ਉਹ ਤੁਰੰਤ ਹੀ ਜਿਹੜਾ ਡਿਸਬਰਸ ਕਰ ਦਿੱਤਾ ਜਾਊਗਾ। ਬਰਮਲੇ ਪਿੰਡ ਵਿੱਚ ਮੁਆਵਜ਼ੇ ਵਾਸਤੇ ਟੀਮ ਆਈ ਸੀਗੀ, ਪਰ ਕਈ ਘਰ ਇਦਾਂ ਸੀਗੇ ਜਿਹੜੇ ਜ਼ਿਮੀਂਦਾਰਾਂ ਤੱਕ ਨਹੀਂ ਪਹੁੰਚੀ ਟੀਮ। ਕਿਹੜੀ ਟੀਮ? ਮੁਆਵਜ਼ੇ ਵਾਲੀ ਟੀਮ ਤਾਂ ਕੋਈ ਨਹੀਂ ਹੈਗੀ, ਇਹ ਤਾਂ ਪਟਵਾਰੀ ਆ। ਉੱਥੇ ਪਟਵਾਰੀ ਜਾ ਕੇ ਜਿੱਥੇ ਨਾਲ ਸਰਪੰਚ ਪਿੰਡ ਦੇ ਹੋਰ ਜਿਹੜੇ ਪਤਵੰਤੇ ਵਿਅਕਤੀ ਆ ਉਹਨਾਂ ਦੀ ਹਾਜ਼ਰੀ ਵਿੱਚ ਜਿਹੜੀ ਉਹ ਜਿਹੜੇ ਹਰੇਕ ਖਸਰਾ ਨੰਬਰ ਜਾਂ ਖੇਤ ਦੇ ਵਿੱਚ ਜਾਂਦੇ ਨੇ, ਜਿੱਥੇ ਕੋਈ ਨੁਕਸਾਨ ਹੋਇਆ ਉਹ ਆਪਣੇ ਨੋਟ ਕਰਕੇ ਉਹ ਰਿਪੋਰਟ ਜਿਹੜੀ ਆ ਉਹ ਭੇਜੀ ਜਾਂਦੀ ਹੈ। ਜਿਹੜੇ ਜਾਨਵਰਾਂ ਦਾ ਨੁਕਸਾਨ ਹੋਇਆ ਇਹਨਾਂ ਕੋਈ ਵਿਚਾਰ ਦਾ ਮਾਹੌਲ ਹੈ ਕਿ ਨਹੀਂ? ਇਸ ਸੰਬੰਧੀ ਜਿਹੜਾ ਉਹ ਹੈਗਾ ਮੱਕੀ ਦੀ ਫਸਲ ਦਾ, ਜਿਵੇਂ ਕਿ ਅਸੀਂ ਤਾਂ ਬੇਨਤੀ ਕਰਦੇ ਹਾਂ ਕਿ ਜਿਹੜੇ ਉਸ ਇਲਾਕੇ ਦੇ ਜਿਹੜੇ ਲੋਕ ਆ ਜਿਹੜੇ ਕਿ ਜਾਨਵਰ ਆ ਉਹਨਾਂ ਨੂੰ ਸਾਂਭ ਕੇ ਰੱਖਣ, ਬੰਦ ਕੇ ਰੱਖਣ। ਜੇ ਕੋਈ ਜੰਗਲੀ ਜਾਨਵਰ ਆਉਂਦੇ ਆ ਤੇ ਕਿਸਾਨਾਂ ਨੂੰ ਬੇਨਤੀ ਹੈ ਕਿ ਉਹ ਇਸ ਤਰ੍ਹਾਂ ਦੇ ਕੋਈ ਜਾਲ ਲਗਾਇਆ ਜਾਵੇ ਤਾਂ ਜੋ ਕਿ ਆਪ ਵੀ ਬੜੀ ਆਰਾਮ ਨਾਲ ਨੀਂਦ ਨਾਲ ਸੌ ਸਕਣ, ਕਿਉਂਕਿ ਜਦੋਂ ਫਸਲ ਪੱਕ ਜਾਂਦੀ ਹੈ ਤਾਂ ਜਾਨਵਰਾਂ ਦੀ ਭੇਟ ਚੜ੍ਹ ਜਾਂਦੀ ਹੈ। ਇਸ ਲਈ ਲੋਕਲ ਲੈਵਲ 'ਤੇ ਵੀ ਇਹ ਉਪਰਾਲੇ ਕਿਹੜੇ ਕਰਨੇ ਚਾਹੀਦੇ ਹਨ ਤੇ ਜਿਹੜੇ ਜਿਨ੍ਹਾਂ ਲੋਕਾਂ ਦੇ ਇਹ ਪਸ਼ੂ ਪੰਛੀ ਜੋ ਹੁੰਦੇ ਨੇ ਉਹਨਾਂ ਨੂੰ ਬੇਨਤੀ ਹੈ ਕਿ ਉਹ ਇਹਨਾਂ ਨੂੰ ਆਪਣੇ ਰੱਖਣ, ਕੰਟਰੋਲ ਵਿੱਚ ਰੱਖਣ ਤਾਂ ਜੋ ਕਿਸੇ ਤਰ੍ਹਾਂ ਦਾ ਕਿਸੇ ਦਾ ਕੋਈ ਜਾਨੀ ਮਾਲੀ और इस तरह का कोई फसली नुकसान ना हो। सिटी हलचल के लिए नंगल से करण चोपड़ा की रिपोर्ट।